ਮੇਰਾ ਨਾਮ ਸ਼ਾਲੂ ਹੈ ਅਤੇ ਅੱਜ ਮੈਂ ਤੁਹਾਨੂੰ ਇੱਕ ਹੈਰਾਨੀਜਨਕ ਕਹਾਣੀ ਦੱਸਣ ਜਾ ਰਹੀ ਹਾਂ। ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਸੀ। ਮੇਰੀ ਅਰੇਂਜ ਮੈਰਿਜ ਸੀ। ਮੇਰੇ ਪਤੀ ਬਹੁਤ ਚੰਗੇ ਇਨਸਾਨ ਸਨ। ਅਸੀਂ ਪਿੰਡ ਰਹਿੰਦੇ ਸੀ। ਮੇਰੇ ਪਤੀ ਅਮੀਰ ਪਰਿਵਾਰ ਨਾਲ ਸੰਬੰਧਿਤ ਸਨ। ਮੇਰੇ ਸਹੁਰਾ ਸਾਹਿਬ ਵੀ ਬਹੁਤ ਚੰਗੇ ਇਨਸਾਨ ਸਨ। ਮੇਰੇ ਸਹੁਰੇ ਨੇ ਸਾਡੇ ਬੰਗਲੇ ਦੇ ਬਾਹਰ ਇੱਕ ਛੋਟਾ ਜਿਹਾ ਕਮਰਾ ਬਣਾਇਆ ਹੋਇਆ ਸੀ। ਜੇਕਰ ਕਿਸੇ ਮੁਸਾਫਿਰ ਨੂੰ ਰਾਤ ਹੋ ਜਾਂਦੀ ਤਾਂ ਉਹ ਸਾਡੇ ਕਮਰੇ ਵਿੱਚ ਰਾਤ ਕੱਟਦਾ ਸੀ। ਮੇਰੇ ਸਹੁਰੇ ਨੇ ਅਲਮਾਰੀ ਦੇ ਬਾਹਰ ਵੱਡਾ ਬੋਰਡ ਵੀ ਲਾਇਆ ਹੋਇਆ ਸੀ, ਜਿਸ ਤੇ ਲਿਖਿਆ ਸੀ ਕਿ ਜੇਕਰ ਕਿਸੇ ਰਾਹਗੀਰ ਨੂੰ ਲੋੜ ਹੋਵੇ ਤਾਂ ਉਹ ਸਾਡੇ ਕਮਰੇ 'ਚ ਰਾਤ ਰੁਕ ਕੇ ਆਰਾਮ ਕਰ ਸਕਦਾ ਹੈ। ਇਹ ਸਕੀਮ ਸਾਡੇ ਪਿੰਡ ਦੇ ਲੋਕਾਂ ਲਈ ਬਿਲਕੁਲ ਮੁਫਤ ਸੀ ਅਤੇ ਜੇਕਰ ਕਿਸੇ ਹੋਰ ਪਿੰਡ ਦਾ ਕੋਈ ਆਉਂਦਾ ਸੀ ਤਾਂ ਉਸ ਲਈ ਕਿਰਾਇਆ ਸੀ, ਪਰ ਕਿਰਾਇਆ ਬਹੁਤ ਘੱਟ ਸੀ ਅਤੇ ਦੂਜੇ ਪਿੰਡ ਦੇ ਰਾਹਗੀਰ ਨੂੰ ਖਾਣਾ ਵੀ ਦਿੱਤਾ ਜਾਂਦਾ ਸੀ। ਮੇਰੇ ਸਹੁਰੇ ਘਰੇ ਮੇਰਾ ਪਤੀ, ਮੇਰਾ ਦਿਓਰ ਅਤੇ ਸਹੁਰਾ ਹੀ ਰਹਿੰਦੇ ਸਨ, ਜਦੋਂ ਕਿ ਸਹੁਰੇ ਘਰ ਵਿੱਚ ਮੇਰੇ ਤੋਂ ਇਲਾਵਾ ਕੋਈ ਔਰਤ ਨਹੀਂ ਸੀ, ਕਿਉਂਕਿ ਮੇਰੀ ਦੇਵਰਾਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਮੇਰੇ ਦਿਓਰ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ। ਭਾਵੇਂ ਉਹ ਬਹੁਤ ਵੱਡੀ ਉਮਰ ਦਾ ਨਹੀਂ, ਉਹ ਦੇਖਣ ਵਿੱਚ ਬਹੁਤ ਹੀ ਹੁਸ਼ਿਆਰ ਅਤੇ ਸੁੰਦਰ ਸੀ। ਮੇਰੀ ਸੱਸ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਮੇਰੇ ਸਹੁਰੇ ਦੇ ਸਿਰਫ 2 ਪੁੱਤਰ ਸਨ ਅਤੇ ਕੋਈ ਧੀ ਨਹੀਂ ਸੀ। ਉਹ ਹਮੇਸ਼ਾ ਮੇਰੇ ਨਾਲ ਆਪਣੀ ਧੀ ਵਾਂਗ ਪੇਸ਼ ਆਉਂਦੇ ਸੀ। ਸਾਰੇ ਬੰਗਲੇ ਵਿੱਚ ਮੇਰਾ ਰਾਜ ਚੱਲਦਾ ਸੀ। ਮੈਂ ਆਪਣੇ ਬੁੱਢੇ ਸਹੁਰੇ ਅਤੇ ਆਪਣੇ ਦਿਓਰ ਦੀ ਬਹੁਤ ਇੱਜ਼ਤ ਅਤੇ ਦੇਖਭਾਲ ਕਰਦੀ ਸੀ। ਅਸਲ ਵਿੱਚ ਮੇਰੇ ਸਹੁਰੇ ਘਰ ਕਈ ਨੌਕਰ ਸਨ, ਪਰ ਫਿਰ ਵੀ ਮੈਂ ਆਪਣੇ ਸਹੁਰੇ ਅਤੇ ਦਿਓਰ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਖੁਆਇਆ। ਮੇਰੇ ਸਹੁਰਾ ਜੀ ਬਹੁਤ ਚੰਗੇ ਇਨਸਾਨ ਸਨ ਅਤੇ ਮੇਰਾ ਦਿਓਰ ਵੀ ਆਪਣੇ ਪਿਤਾ ਵਾਂਗ ਸਾਦਾ ਜੀਵਨ ਬਤੀਤ ਕਰਦਾ ਸੀ। ਮੈਨੂੰ ਆਪਣੇ ਸਹੁਰੇ ਘਰ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ, ਭਾਵੇਂ ਮੈਂ ਇੱਕ ਗਰੀਬ ਪਰਿਵਾਰ ਦੀ ਲੜਕੀ ਸੀ। ਮੇਰੇ ਪਿਤਾ ਜੀ ਬਹੁਤ ਗਰੀਬ ਸਨ। ਮੇਰੇ ਪਿਤਾ ਜੀ ਹਮੇਸ਼ਾ ਬਿਮਾਰ ਰਹਿੰਦੇ ਸੀ। ਮੇਰੇ ਤੋਂ ਵੱਡਾ ਮੇਰਾ ਇੱਕ ਭਰਾ ਹੈ ਜੋ ਵਿਆਹਿਆ ਹੋਇਆ ਹੈ। ਅਸੀਂ 2 ਹੀ ਭੈਣ ਭਰਾ ਸਾਂ। ਮੇਰੇ ਮਾਤਾ ਪਿਤਾ ਦੇ ਘਰ ਬਹੁਤ ਸਾਰੀਆਂ ਮੁਸ਼ਕਿਲਾਂ ਸਨ, ਪਰ ਅਸੀਂ ਮੇਰੇ ਭਰਾ ਦੀ ਕਮਾਈ ਨਾਲ ਹੀ ਗੁਜ਼ਾਰਾ ਕਰਦੇ ਸੀ, ਕਿਉਂਕਿ ਮੇਰੇ ਪਿਤਾ ਬਿਮਾਰ ਰਹਿੰਦੇ ਸਨ ਅਤੇ ਇਸ ਲਈ ਕੋਈ ਕੰਮ ਨਹੀਂ ਕਰ ਸਕਦੇ ਸੀ। ਪਰ ਮੇਰਾ ਸਹੁਰਾ ਘਰ ਬਹੁਤ ਵਧੀਆ ਸੀ, ਜਿੱਥੇ ਮੈਂ ਸਾਰਾ ਦਿਨ ਮौज ਮਸਤੀ ਕਰਦੀ ਸੀ ਅਤੇ ਮੇਰੇ ਸਹੁਰੇ ਹਰ ਕੰਮ ਵਿੱਚ ਮੇਰੀ ਸਲਾਹ ਲੈਂਦੇ ਸਨ। ਘਰ ਦਾ ਕੋਈ ਕੰਮ ਮੇਰੀ ਰਾਏ ਤੋਂ ਬਿਨਾਂ ਨਹੀਂ ਹੁੰਦਾ ਸੀ ਅਤੇ ਮੇਰੇ ਸਹੁਰੇ ਨੇ ਕਦੇ ਵੀ ਮੇਰੇ ਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਲਾਈ। ਨਾ ਹੀ ਮੇਰੇ ਪਤੀ ਨੇ ਮੇਰੇ ਤੇ ਕੋਈ ਪਾਬੰਦੀ ਲਾਈ ਸੀ। ਇਸ ਲਈ ਮੈਂ ਬਿਨਾਂ ਪਰਦਾ ਕਰੇ ਘਰ ਦੇ ਦਰਵਾਜ਼ੇ ਤੇ ਪਹੁੰਚ ਜਾਂਦੀ ਅਤੇ ਆਪਣੇ ਸਹੁਰੇ ਨੂੰ ਚਾਹ ਦੇਣ ਚਲੀ ਜਾਂਦੀ ਸੀ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਸੀ ਕਿ ਮੈਨੂੰ ਅਜਿਹਾ ਸਹੁਰਾ ਮਿਲਿਆ ਜੋ ਮੈਨੂੰ ਪਿਤਾ ਵਾਂਗ ਪਿਆਰ ਕਰਦਾ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਜਦੋਂ ਉਹ ਬਾਹਰ ਆਏ ਤਾਂ ਮੈਂ ਨੌਕਰਾਂ ਨੂੰ ਸ਼ਾਮ ਦੇ ਖਾਣੇ ਬਾਰੇ ਦੱਸਣ ਲਈ ਰਸੋਈ ਵਿੱਚ ਗਈ। ਮੈਂ ਮਨ ਵਿੱਚ ਬਹੁਤ ਖੁਸ਼ ਮਹਿਸੂਸ ਕਰ ਰਹੀ ਸੀ ਕਿ ਮੈਨੂੰ ਸੱਚਮੁੱਚ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਇਸ ਘਰ ਦੀ ਮਾਲਕਿਨ ਹਾਂ ਅਤੇ ਇੱਥੇ ਮੇਰੇ ਨਾਲ ਰਾਣੀ ਵਰਗਾ ਸਲੂਕ ਕੀਤਾ ਜਾਂਦਾ ਹੈ। ਮੇਰੇ ਪੇਕੇ ਘਰ ਸਾਡੇ ਪਿੰਡ ਹੀ ਸੀ। ਮੈਂ ਆਪਣੇ ਪਿਤਾ ਦੀ ਸਿਹਤ ਦੀ ਜਾਂਚ ਕਰਨ ਲਈ ਅਕਸਰ ਆਪਣੇ ਮਾਤਾ ਪਿਤਾ ਦੇ ਘਰ ਜਾਂਦੀ ਸੀ। ਅਤੇ ਆਪਣੇ ਪਿਤਾ ਲਈ ਖਾਣ ਲਈ ਕੁਝ ਫਲ ਵੀ ਲੈ ਜਾਂਦੀ। ਜਦੋਂ ਮੇਰਾ ਭਰਾ ਰੋਜ਼ ਸਵੇਰੇ ਘਰੋਂ ਖੇਤੀ ਕਰਨ ਲਈ ਨਿਕਲਦਾ ਸੀ ਤਾਂ ਉਹ ਰਾਤ ਨੂੰ ਹੀ ਵਾਪਸ ਆਉਂਦਾ ਸੀ। ਮੈਂ ਆਪਣੇ ਮਾਤਾ ਪਿਤਾ ਦੇ ਘਰ 2-3 ਘੰਟੇ ਬਿਤਾਉਂਦੀ ਸੀ ਅਤੇ ਫਿਰ ਘਰ ਵਾਪਸ ਆ ਜਾਂਦੀ ਸੀ, ਕਿਉਂਕਿ ਮੇਰਾ ਸਹੁਰਾ ਜ਼ਿਆਦਾਤਰ ਘਰ ਰਹਿੰਦੇ ਸਨ ਅਤੇ ਮੈਨੂੰ ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਸੀ।
ਇਸ ਲਈ ਮੈਂ ਜਲਦੀ ਹੀ ਆਪਣੇ ਘਰ ਵਾਪਸ ਆ ਜਾਂਦੀ। ਮੇਰੇ ਸਹੁਰੇ ਘਰ ਕੋਈ ਔਰਤ ਨਹੀਂ ਸੀ, ਇਸ ਲਈ ਮੈਂ ਕਦੇ ਵੀ ਇੱਕ ਦਿਨ ਤੋਂ ਵੱਧ ਨਹੀਂ ਰਹਿੰਦੀ ਸੀ ਅਤੇ ਸ਼ਾਮ ਤੱਕ ਮੇਰੇ ਪਤੀ ਵੀ ਘਰ ਆ ਜਾਂਦੇ ਅਤੇ ਮੇਰਾ ਦਿਓਰ ਵੀ। ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਖਾਣਾ ਖਾਂਦੇ ਸੀ, ਕਿਉਂਕਿ ਮੇਰਾ ਕੰਮ ਸਿਰਫ ਨੌਕਰਾਂ ਨੂੰ ਆਦੇਸ਼ ਦੇਣਾ ਅਤੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠਾਂ ਕੰਮ ਕਰਵਾਉਣਾ ਸੀ। ਮੇਰਾ ਪਤੀ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਸੁਣਿਆ ਸੀ ਕਿ ਜਿੰਨਾ ਮੇਰਾ ਪਤੀ ਮੈਨੂੰ ਪਿਆਰ ਕਰਦਾ ਸੀ, ਓਨਾ ਹੀ ਮੇਰਾ ਦਿਓਰ ਵੀ ਆਪਣੀ ਪਤਨੀ ਨੂੰ ਪਿਆਰ ਕਰਦਾ ਸੀ। ਉਸ ਦੀ ਬਿਮਾਰੀ ਅਜਿਹੀ ਸੀ ਕਿ ਇਲਾਜ ਦੇ ਬਾਵਜੂਦ ਉਹ ਬਚ ਨਾ ਸਕੀ, ਪਰ ਮੈਂ ਦੇਖ ਰਹੀ ਸੀ ਕਿ ਕੁਝ ਦਿਨਾਂ ਤੋਂ ਘਰਦਿਆਂ ਨਾਲ ਮੇਰੇ ਦਿਓਰ ਦਾ ਵਿਵਹਾਰ ਬਹੁਤ ਬਦਲ ਗਿਆ ਸੀ। ਜਦੋਂ ਵੀ ਮੇਰੇ ਸਹੁਰੇ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂਡ ਇੱਕਦਮ ਖਰਾਬ ਹੋ ਜਾਂਦਾ ਸੀ ਅਤੇ ਲੱਗਦਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਹਨ। ਮੈਂ ਡਰ ਦੇ ਮਾਰੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਅਤੇ ਮੇਰਾ ਸਹੁਰਾ ਵੀ ਸੋਚਦਾ ਰਹਿੰਦਾ ਸੀ ਕਿ ਉਸ ਦੇ ਛੋਟੇ ਪੁੱਤਰ ਨੂੰ ਕੀ ਹੋ ਗਿਆ ਹੈ। ਉਹ ਉਹਨਾਂ ਨਾਲ ਘੱਟ ਹੀ ਗੱਲ ਕਰਦੇ ਸਨ, ਪਰ ਮੇਰੇ ਸਹੁਰਾ ਸਾਹਿਬ ਦੇ ਕੰਮਾਂ ਦੀ ਹਰ ਕੋਈ ਤਾਰੀਫ ਕਰਦਾ ਸੀ, ਕਿਉਂਕਿ ਉਹ ਸਿਰਫ ਕੰਮ ਲੋਕਾਂ ਦੀ ਭਲਾਈ ਲਈ ਕਰਦੇ ਸਨ। ਇੱਕ ਦਿਨ ਜਦੋਂ ਮੈਂ ਆਪਣੇ ਪੇਕੇ ਘਰ ਜਾ ਰਹੀ ਸੀ ਤਾਂ ਰਾਸਤੇ ਵਿੱਚ ਮੈਨੂੰ ਪਿੰਡ ਦੇ ਕੁਝ ਲੋਕ ਮਿਲੇ ਜੋ ਮੇਰੇ ਸਹੁਰੇ ਦੀ ਬਹੁਤ ਤਾਰੀਫ ਕਰ ਰਹੇ ਸਨ। ਮੇਰੇ ਸਹੁਰੇ ਘਰ ਵਾਲੇ ਸੱਚਮੁੱਚ ਇੱਕ ਚੰਗੇ ਵਿਅਕਤੀ ਸਨ ਜੋ ਸਿਰਫ ਲੋਕਾਂ ਦਾ ਭਲਾ ਕਰਨ ਜਾਣਦੇ ਸਨ। ਜਦੋਂ ਮੈਂ ਪੇਕੇ ਘਰ ਆਈ ਤਾਂ ਮੇਰਾ ਪਤੀ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਇਸ ਲਈ ਮੈਂ ਆਪਣੇ ਸਹੁਰੇ ਤੋਂ ਇਜਾਜ਼ਤ ਲੈ ਕੇ ਅੱਜ ਆਪਣੇ ਪੇਕੇ ਘਰ ਰਾਤ ਕੱਟਣ ਆਈ, ਕਿਉਂਕਿ ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਮੇਰੇ ਪਤੀ ਪਿੰਡੋਂ ਬਾਹਰ ਕੰਮ ਕਰਨ ਗਏ ਹੋਣ। ਮੈਂ ਆਪਣੇ ਕਮਰੇ ਵਿੱਚ ਇਕੱਲੀ ਰਾਤ ਨਹੀਂ ਬਿਤਾ ਸਕਦੀ ਸੀ, ਇਸ ਲਈ ਮੈਂ ਆਪਣੇ ਮਾਤਾ ਪਿਤਾ ਦੇ ਘਰ ਆ ਗਈ। ਆਪਣੇ ਮਾਤਾ ਪਿਤਾ ਦੇ ਘਰ ਵਾਪਸ ਆ ਕੇ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਕੇ ਆਪਣੇ ਪਿਤਾ ਦੇ ਕੋਲ ਬੈਠ ਗਈ। ਮੇਰੀ ਭਾਬੀ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਘਰ ਦਾ ਕੁਝ ਕੰਮ ਕੀਤਾ, ਸਫਾਈ ਕੀਤੀ, ਝਾੜੂ, ਭਾਂਡੇ ਅਤੇ ਬਾਅਦ ਵਿੱਚ ਖਾਣਾ ਵੀ ਬਣਾਇਆ। ਮੈਂ ਘਰ ਦਾ ਜ਼ਿਆਦਾ ਕੰਮ ਕਰਨ ਦੀ ਆਦੀ ਨਹੀਂ ਸੀ, ਕਿਉਂਕਿ ਮੇਰੇ ਘਰ ਨੌਕਰ ਹੀ ਕੰਮ ਕਰਦੇ ਸਨ। ਪਰ ਜਦੋਂ ਮੈਂ ਘਰ ਆਉਂਦੀ ਸੀ, ਮੇਰੀ ਮਾਂ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਵਾ ਦਿੰਦੀ ਸੀ। ਉਹ ਮੇਰੇ ਆਉਣ ਨਾਲ ਬਹੁਤ ਖੁਸ਼ ਹੋ ਗਏ ਸੀ ਅਤੇ ਜਦੋਂ ਮੈਂ ਦੱਸਿਆ ਕਿ ਮੈਂ ਅੱਜ ਰਾਤ ਇੱਥੇ ਹੀ ਰਹਾਂਗੀ ਤਾਂ ਮੇਰੀ ਮਾਂ ਬਹੁਤ ਖੁਸ਼ ਹੋ ਗਈ। ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੇਰੀ ਮਾਂ ਮੇਰੀ ਬਹੁਤ ਚਿੰਤਾ ਕਰਦੀ ਸੀ। ਮਾਂ ਕਹਿਣ ਲੱਗੀ ਕਿ ਚੰਗਾ ਹੋਇਆ ਕਿ ਤੈਨੂੰ ਆਪਣੀ ਮਾਂ ਦੇ ਘਰ ਰਹਿਣ ਦਾ ਸਮਾਂ ਮਿਲ ਗਿਆ, ਨਹੀਂ ਤਾਂ ਜਦੋਂ ਤੋਂ ਤੇਰਾ ਵਿਆਹ ਹੋਇਆ ਹੈ ਤੂੰ ਆਪਣੇ ਸਹੁਰੇ ਘਰ ਹੀ ਰਹੀ ਹੈ। ਮੇਰੇ ਕਹਿਣ ਤੇ ਮਾਂ ਨੇ ਖੁਸ਼ੀ 'ਚ ਮੈਨੂੰ ਜੱਫੀ ਪਾ ਲਈ ਤੇ ਬਹੁਤ ਪਿਆਰ ਕੀਤਾ। ਕੁਝ ਦੇਰ ਮਾਂ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਮਾਂ ਨੂੰ ਬੋਲਿਆ ਕਿ ਮੈਨੂੰ ਬਹੁਤ ਨੀਂਦ ਆ ਰਹੀ ਹੈ। ਮਾਤਾ ਜੀ ਨੇ ਕਿਹਾ, ਠੀਕ ਹੈ, ਆਪਣੇ ਕਮਰੇ ਵਿੱਚ ਜਾ ਕੇ ਸੋ ਜਾ, ਰਾਤ ਬਹੁਤ ਹੋ ਚੁੱਕੀ ਹੈ। ਭਰਾ ਵੀ ਘਰ ਆ ਗਿਆ ਸੀ ਤੇ ਉਹ ਵੀ ਮੇਰੇ ਆਉਣ ਤੇ ਬਹੁਤ ਖੁਸ਼ ਸੀ। ਮੈਂ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਰਸੋਈ ਵੱਲ ਆ ਗਈ। ਮੇਰੀ ਭਰਜਾਈ ਰਸੋਈ ਵਿੱਚ ਚਾਹ ਬਣਾ ਰਹੀ ਸੀ, ਕਿਉਂਕਿ ਮੇਰਾ ਭਰਾ ਖਾਣਾ ਖਾਣ ਤੋਂ ਬਾਅਦ ਚਾਹ ਪੀਂਦਾ ਸੀ। ਭਾਬੀ ਨੇ ਮੇਰੇ ਲਈ ਵੀ ਚਾਹ ਬਣਾ ਦਿੱਤੀ ਅਤੇ ਉਸ ਤੋਂ ਬਾਅਦ ਅਸੀਂ ਦੋਹਾਂ ਨੇ ਇਕੱਠੇ ਬੈਠ ਕੇ ਚਾਹ ਪੀਤੀ ਅਤੇ ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ। ਮੈਂ ਆਪਣੇ ਮਾਤਾ ਪਿਤਾ ਦੇ ਘਰ ਆਉਣ ਤੋਂ ਬਾਅਦ ਬਹੁਤ ਰੁੱਝੀ ਬੈਠੀ ਸੀ।
ਮੇਰੇ ਮਨ ਵਿੱਚ ਕਿਸੇ ਕਿਸਮ ਦੇ ਸਵਾਲ ਨਹੀਂ ਸਨ। ਰਾਤ ਦੇ 2 ਵੱਜ ਚੁੱਕੇ ਸਨ ਅਤੇ ਮੈਂ ਅਜੇ ਵੀ ਸੋ ਨਹੀਂ ਸਕੀ ਅਤੇ ਮੇਰੀ ਨੀਂਦ ਵੀ ਉੱਡ ਗਈ ਸੀ। ਮੈਨੂੰ ਆਪਣੇ ਕਮਰੇ ਵਿੱਚ ਬਹੁਤ ਗਰਮੀ ਲੱਗ ਰਹੀ ਸੀ ਕਿਉਂਕਿ ਮੇਰੇ ਸਹੁਰੇ ਘਰ ਵਿੱਚ ਏਸੀ ਸੀ। ਇਸ ਲਈ ਮੈਨੂੰ ਮੇਰੇ ਸਹੁਰੇ ਘਰ ਵਿੱਚ ਕੋਈ ਠੰਡ ਜਾਂ ਗਰਮੀ ਮਹਿਸੂਸ ਨਹੀਂ ਹੁੰਦੀ ਸੀ। ਪੇਕੇ ਘਰ ਮੈਨੂੰ ਗਰਮੀ ਮਹਿਸੂਸ ਹੋ ਰਹੀ ਸੀ। ਇਸ ਲਈ ਮੈਂ ਛੱਤ ਤੇ ਜਾ ਕੇ ਠੰਡੀ ਹਵਾ ਲੈਣ ਬਾਰੇ ਸੋਚਿਆ। ਜਿਵੇਂ ਹੀ ਮੈਂ ਪੌੜੀਆਂ ਚੜ੍ਹ ਕੇ ਛੱਤ ਤੇ ਪਹੁੰਚੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਰਾਤ ਦੇ 2 ਵਜੇ ਮੇਰੀ ਭਰਜਾਈ ਛੱਤ ਤੇ ਬੈਠੀ ਸੀ ਅਤੇ ਮੈਨੂੰ ਨਹੀਂ ਪਤਾ ਕਿ ਉਹ ਇੰਨੀ ਦੇਰ ਤੱਕ ਫੋਨ ਤੇ ਕਿਸ ਨਾਲ ਗੱਲ ਕਰ ਰਹੀ ਸੀ। ਮੈਂ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਹੈਰਾਨ ਹੋਈ। ਉਹ ਬੋਲ ਰਹੀ ਸੀ ਕਿ ਕੋਠਰੀ ਨੇ ਕਮਾਲ ਕਰ ਦਿੱਤਾ ਹੈ, ਸਾਡੇ ਤੇ ਕੋਈ ਸ਼ੱਕ ਵੀ ਨਹੀਂ ਕਰਦਾ। ਮੇਰੀ ਭਰਜਾਈ ਦੇ ਅਜਿਹੇ ਸ਼ਬਦ ਸੁਣ ਕੇ ਮੇਰਾ ਸਰੀਰ ਕੰਬਣ ਲੱਗਾ। ਭਰਾ ਆਪਣੇ ਕਮਰੇ ਵਿੱਚ ਹੇਠਾਂ ਸੋ ਰਿਹਾ ਸੀ। ਫਿਰ ਭਾਬੀ ਇੰਨੀ ਦੇਰ ਰਾਤ ਤੱਕ ਬੈਠੀ ਕੀ ਕਰ ਰਹੀ ਸੀ ਅਤੇ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ। ਭਾਬੀ ਇੰਨੀ ਅਸ਼ਲੀਲ ਗੱਲ ਕਰ ਰਹੀ ਸੀ ਕਿ ਮੇਰਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ। ਪੌੜੀਆਂ ਤੇ ਲੁਕ ਕੇ ਮੈਂ ਹੌਲੀ-ਹੌਲੀ ਛੱਤ ਵੱਲ ਤੁਰ ਪਈ ਅਤੇ ਇੱਕ ਕੋਨੇ ਵਿੱਚ ਜਾ ਲੁਕੀ। ਉੱਥੇ ਖਲੋ ਕੇ ਮੈਂ ਉਸ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਹਨੇਰਾ ਹੋਣ ਕਾਰਨ ਭਾਬੀ ਮੈਨੂੰ ਦੇਖ ਨਾ ਸਕੀ ਅਤੇ ਉਸ ਨੂੰ ਪਤਾ ਨਹੀਂ ਸੀ ਕਿ ਕੋਈ ਛੱਤ ਤੇ ਬੈਠਾ ਹੈ ਅਤੇ ਲੁਕ ਛਿਪ ਕੇ ਉਸ ਦੀਆਂ ਗੱਲਾਂ ਸੁਣ ਰਿਹਾ ਹੈ। ਭਰਾ ਕਮਰੇ ਵਿੱਚ ਸੋ ਰਿਹਾ ਸੀ, ਇਸ ਲਈ ਮੈਨੂੰ ਇਹਨਾਂ ਗੱਲਾਂ ਦੇ ਅਰਥ ਸਮਝਣ ਵਿੱਚ ਦੇਰ ਨਹੀਂ ਲੱਗੀ। ਕਰੀਬ 1 ਘੰਟਾ ਫੋਨ ਤੇ ਗੱਲ ਕਰਨ ਤੋਂ ਬਾਅਦ ਉਹ ਆਪਣੇ ਕਮਰੇ 'ਚ ਆ ਕੇ ਸੋ ਗਈ, ਪਰ ਉਸ ਦੀਆਂ ਗੱਲਾਂ ਸੁਣ ਕੇ ਮੈਂ ਦੰਗ ਰਹਿ ਗਈ। ਮੈਂ ਵੀ ਛੱਤ ਤੋਂ ਉਤਰ ਕੇ ਆਪਣੇ ਕਮਰੇ ਵਿੱਚ ਆ ਗਈ। ਉਸ ਰਾਤ ਤੋਂ ਬਾਅਦ ਮੈਂ 2-3 ਦਿਨ ਹੋਰ ਆਪਣੇ ਪੇਕੇ ਘਰ ਰਹੀ। ਇੰਨੀ ਦਿਨੀ ਮੈਂ ਹਰ ਰੋਜ਼ ਰਾਤ ਨੂੰ ਆਪਣੀ ਭਰਜਾਈ ਦੀਆਂ ਗੱਲਾਂ ਸੁਣਦੀ ਸੀ ਅਤੇ ਉਹ ਹਰ ਰੋਜ਼ ਮੇਰੇ ਭਰਾ ਦੇ ਸੌਣ ਤੋਂ ਬਾਅਦ ਛੱਤ ਤੇ ਜਾਂਦੀ ਸੀ ਅਤੇ ਉਹ ਗੱਲਾਂ ਕਰਦੀ ਸੀ। ਮੇਰੇ ਦਿਲ ਵਿੱਚ ਭਰਜਾਈ ਵਿਰੁੱਧ ਨਫ਼ਰਤ ਜਾਗਣ ਲੱਗੀ ਕਿਉਂਕਿ ਉਹ ਮੇਰੇ ਭਰਾ ਨਾਲ ਧੋਖਾ ਕਰ ਰਹੀ ਸੀ। ਹਰ ਵੇਲੇ ਮੈਂ ਇਹਨਾਂ ਗੱਲਾਂ ਵਿੱਚ ਹੀ ਰੁੱਝੀ ਰਹਿੰਦੀ ਸੀ ਅਤੇ ਮੌਕਾ ਲੱਭਦੀ ਰਹਿੰਦੀ ਸੀ ਕਿ ਕਿਸੇ ਤਰ੍ਹਾਂ ਭੈਣ ਜੀ ਦਾ ਫੋਨ ਫੜ ਕੇ ਉਸ ਵਿਅਕਤੀ ਨੂੰ ਟਰੇਸ ਕਰ ਲਿਆ ਜਾਵੇ ਜਿਸ ਨਾਲ ਉਹ ਗੱਲ ਕਰਦੀ ਹੈ। ਉਹ ਕੌਣ ਸੀ ਜੋ ਮੇਰੀ ਭਰਜਾਈ ਨਾਲ ਗੱਲ ਕਰਦਾ ਸੀ ਤੇ ਜਿਸ ਨਾਲ ਮੇਰੀ ਭਰਜਾਈ ਬਹੁਤ ਪਿਆਰ ਨਾਲ ਗੱਲ ਕਰਦੀ ਸੀ। ਪਰ ਮੈਨੂੰ ਸ਼ੱਕ ਹੋਣ ਲੱਗਾ ਸੀ ਕਿ ਸ਼ਾਇਦ ਭਾਬੀ ਮੇਰੇ ਤੋਂ ਬਹੁਤ ਸੁਚੇਤ ਹੋ ਗਈ ਸੀ। ਉਸ ਨੇ ਆਪਣੇ ਮੋਬਾਈਲ ਨੂੰ ਹੱਥ ਨਹੀਂ ਲੱਗਣ ਦਿੱਤਾ ਅਤੇ ਉਸ ਦਾ ਮੋਬਾਈਲ ਹਮੇਸ਼ਾ ਚਾਲੂ ਰਹਿੰਦਾ ਸੀ। ਉਸ ਦਾ ਫਿੰਗਰਪ੍ਰਿੰਟ ਬੰਦ ਸੀ। 3 ਦਿਨ ਰੁਕਣ ਤੋਂ ਬਾਅਦ ਆਪਣੇ ਸਹੁਰੇ ਘਰ ਆ ਕੇ ਵੀ ਮੇਰਾ ਧਿਆਨ ਆਪਣੀ ਭਰਜਾਈ ਵੱਲ ਹੀ ਰਿਹਾ। ਮੈਨੂੰ ਆਪਣੀ ਭਰਜਾਈ ਦੀਆਂ ਅਜੀਬ ਹਰਕਤਾਂ ਬਿਲਕੁਲ ਵੀ ਪਸੰਦ ਨਹੀਂ ਆ ਰਹੀਆਂ ਸਨ। ਆਖਿਰਕਾਰ ਕਿਤੇ ਨਾ ਕਿਤੇ ਕੁਝ ਗਲਤ ਸੀ ਅਤੇ ਕੀ ਗਲਤ ਸੀ ਮੈਨੂੰ ਪਤਾ ਲਗਾਉਣਾ ਪਿਆ। ਜਦੋਂ ਵੀ ਮੈਂ ਆਪਣੇ ਪੇਕੇ ਘਰ ਜਾਂਦੀ ਤਾਂ ਭਰਜਾਈ ਤੇ ਪੂਰੀ ਨਜ਼ਰ ਰੱਖਦੀ ਸੀ। ਜਦੋਂ ਵੀ ਮੈਂ ਆਪਣੀ ਭਾਬੀ ਨੂੰ ਘਰ ਵਿੱਚ ਦੇਖਦੀ ਸੀ, ਜਦੋਂ ਵੀ ਮੈਂ ਆਪਣੀ ਭਰਜਾਈ ਨੂੰ ਘਰ ਦੇਖਦੀ ਸੀ ਤੇ ਮੈਂ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਭਰਾ ਤੇ ਭਰਜਾਈ ਵਿੱਚ ਕੋਈ ਦਰਾਰ ਆਵੇ। ਮੈਂ ਚਾਹੁੰਦੀ ਸੀ ਕਿ ਉਹ ਉਹਨਾਂ ਸਾਰਿਆਂ ਨੂੰ ਛੱਡ ਦੇਵੇ ਜਿਨ੍ਹਾਂ ਨਾਲ ਉਹ ਗੱਲ ਕਰਦੀ ਹੈ ਅਤੇ ਆਪਣੇ ਪਰਿਵਾਰ ਅਤੇ ਆਪਣੇ ਪਤੀ ਤੇ ਧਿਆਨ ਦੇਵੇ। ਮੈਂ ਚਾਹੁੰਦੀ ਸੀ ਕਿ ਮੇਰੀ ਭਾਬੀ ਸਾਵਧਾਨ ਰਹੇ। ਮੈਂ ਆਪਣੇ ਭਰਾ ਤੇ ਭਰਜਾਈ ਨੂੰ ਵਿਛੜਦੇ ਨਹੀਂ ਦੇਖ ਸਕਦੀ ਸੀ, ਪਰ ਪਤਾ ਨਹੀਂ ਕਿਹੜੀ ਭਿਆਨਕ ਹਕੀਕਤ ਮੇਰੇ ਸਾਹਮਣੇ ਆਉਣ ਵਾਲੀ ਸੀ। ਪਰ ਮੈਨੂੰ ਨਹੀਂ ਸੀ ਘਰ ਦੀਆਂ ਨੂੰਹਾਂ ਦੀ ਇੱਜ਼ਤ ਵੀ ਉਹਨਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ
ਅਤੇ ਮੈਂ ਆਪਣੀ ਮਾਂ ਦੀ ਘਰ ਦੀ ਇੱਜ਼ਤ ਨੂੰ ਖਰਾਬ ਹੁੰਦਾ ਨਹੀਂ ਦੇਖ ਸਕਦੀ ਸੀ। ਬਹੁਤ ਜਲਦੀ ਮੈਂ ਉਹਨਾਂ ਦਾ ਰਾਜ ਜਾਣਨ ਅਤੇ ਆਪਣੀ ਮਾਂ ਨੂੰ ਇਹ ਸਬੂਤ ਦਿਖਾਉਣ ਬਾਰੇ ਸੋਚ ਰਹੀ ਸੀ। ਜੇ ਮੈਂ ਇਸ ਬਾਰੇ ਵੀਰ ਨਾਲ ਸਿੱਧੀ ਗੱਲ ਕੀਤੀ ਫਿਰ ਉਹਨਾਂ ਦਾ ਰਿਸ਼ਤਾ ਵਿਗੜ ਜਾਵੇਗਾ। ਇਸੇ ਲਈ ਸਬੂਤ ਦਿਖਾ ਕੇ ਮੈਂ ਆਪਣੀ ਮਾਂ ਰਾਹੀਂ ਆਪਣੀ ਭਰਜਾਈ ਨੂੰ ਮਨਾਉਣਾ, ਕਿਉਂਕਿ ਸਬੂਤ ਤੋਂ ਬਿਨਾਂ ਉਹ ਮੇਰੇ ਹੱਥ ਆਉਣ ਵਾਲੀ ਨਹੀਂ ਸੀ। ਜਦੋਂ ਮੈਂ ਦੁਬਾਰਾ ਘਰ ਗਈ ਤਾਂ ਭਾਬੀ ਮੇਰੇ ਨਾਲ ਆਮ ਜਿਹੀ ਗੱਲ ਕਰ ਰਹੀ ਸੀ। ਮੈਂ ਸੋਚਣ ਲੱਗੀ ਕਿ ਇਹ ਮੇਰਾ ਭਰਮ ਸੀ। ਸ਼ਾਇਦ ਮੈਂ ਇਸ ਨੂੰ ਥੋੜਾ ਬਹੁਤ ਗੰਭੀਰਤਾ ਨਾਲ ਲੈ ਰਹੀ ਸੀ। ਮੈਂ ਆਪਣੀ ਭਰਜਾਈ ਨੂੰ ਕਿਵੇਂ ਗਲਤ ਸਮਝ ਸਕਦੀ ਹਾਂ। ਆਖਿਰਕਾਰ ਮੇਰੇ ਭਰਾ ਅਤੇ ਭਰਜਾਈ ਦੇ ਵਿਆਹ ਨੂੰ 5 ਸਾਲ ਹੋ ਗਏ ਸਨ। ਮੈਂ ਅੱਜ ਤੱਕ ਅਜਿਹੀ ਕੋਈ ਕਾਰਵਾਈ ਨਹੀਂ ਦੇਖੀ ਸੀ। ਫਿਰ ਹੁਣ ਮੇਰੇ ਦਿਲ ਵਿੱਚ ਸ਼ੱਕ ਕਿਉਂ ਸੀ? ਸੰਭਵ ਹੈ ਕਿ ਇਹ ਸਭ ਮੇਰੇ ਮਨ ਵਿੱਚ ਇੱਕ ਸ਼ੱਕ ਹੀ ਹੋਵੇ। ਭਾਬੀ ਮੇਰੇ ਨਾਲ ਇੰਨੇ ਸੁਹਾਣੇ ਢੰਗ ਨਾਲ ਗੱਲ ਕਰ ਰਹੀ ਸੀ ਕਿ ਉਸ ਦੀ ਸੱਚਾਈ ਜਾਣਦਿਆਂ ਹੀ ਰੁਕ ਜਾਂਦੀ ਸੀ। ਇਹ ਸੋਚ ਕੇ ਕਿ ਮੇਰੀ ਭਰਜਾਈ ਬਹੁਤ ਚੰਗੀ ਹੈ, ਮੈਂ ਉਸ ਨਾਲ ਅਜਿਹਾ ਕਿਵੇਂ ਕਰ ਸਕਦੀ ਹਾਂ ਅਤੇ ਉਹ ਕੁਝ ਗਲਤ ਕਿਵੇਂ ਕਰ ਸਕਦੀ ਹੈ। ਮੈਂ ਆਪਣੇ ਅੰਦਰਲੇ ਸ਼ੱਕੀਆਂ ਨੂੰ ਸ਼ਾਂਤ ਕਰਦੀ ਸੀ, ਪਰ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੀ ਕਿਉਂਕਿ ਮੇਰੇ ਸ਼ੱਕ ਮੇਰੇ ਤੇ ਹਾਵੀ ਹੋ ਰਹੇ ਸਨ। ਪਰ ਜਦੋਂ ਮੈਂ ਘਰ ਆਈ ਤਾਂ ਇੱਥੇ ਮੇਰੀ ਭਰਜਾਈ ਬਹੁਤ ਖਰਾਬ ਮੂਡ ਵਿੱਚ ਸੀ। ਇੱਕ ਪਾਸੇ ਮੈਨੂੰ ਚਿੰਤਾ ਸੀ ਕਿ ਪਤਾ ਨਹੀਂ ਮੇਰੀ ਭਰਜਾਈ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਸ ਦਾ ਮੂਡ ਖਰਾਬ ਰਹਿੰਦਾ ਹੈ। ਉਸ ਦੇ ਚਿਹਰੇ ਦਾ ਰੰਗ ਵੀ ਬਦਲਦਾ ਰਹਿੰਦਾ ਹੈ। ਇੱਕ ਦਿਨ ਜਦੋਂ ਮੈਂ ਆਪਣੇ ਸਹੁਰੇ ਦੇ ਸੱਦੇ ਤੇ ਘਰ ਆਈ ਤਾਂ ਕੁਝ ਸਮੇਂ ਬਾਅਦ ਮੇਰਾ ਦਿਓਰ ਵੀ ਆ ਗਿਆ। ਮੈਂ ਮਹਿਸੂਸ ਕੀਤਾ ਕਿ ਉਹ ਬਹੁਤ ਥੱਕਿਆ ਹੋਇਆ ਸੀ। ਉਹ ਪਹਿਲਾਂ ਕਦੇ ਇਸ ਹਾਲਤ ਵਿੱਚ ਘਰ ਨਹੀਂ ਆਇਆ ਸੀ। ਜਿਵੇਂ ਹੀ ਉਹ ਰਾਤ ਦਾ ਖਾਣਾ ਖਾ ਕੇ ਘਰ ਆਉਂਦਾ ਹੈ ਉਹ ਚਾਹ ਪੀਂਦਾ, ਪਰ ਅੱਜ ਉਹ ਸਿੱਧਾ ਆਪਣੇ ਕਮਰੇ ਵਿੱਚ ਜਾ ਰਿਹਾ ਸੀ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ ਕਿ ਉਹ ਸਾਰਿਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਕਮਰੇ ਵਿੱਚ ਚਲਾ ਜਾਵੇ। ਪਹਿਲਾਂ ਘਰ ਆਉਂਦੇ ਹੀ ਸਭ ਤੋਂ ਪਹਿਲਾਂ ਆਪਣੇ ਪਿਤਾ ਅਤੇ ਭਰਾ ਨਾਲ ਬੈਠ ਕੇ ਗੱਲਾਂ ਕਰਦੇ ਸਨ ਅਤੇ ਫਿਰ ਖਾਣਾ ਖਾਂਦੇ ਸਨ। ਪਰ ਅੱਜ ਉਹ ਬਹੁਤ ਥੱਕਿਆ ਹੋਇਆ ਲੱਗ ਰਿਹਾ ਸੀ। ਉਹ ਬੜੀਆਂ ਅਜੀਬ ਗੱਲਾਂ ਕਰਨ ਲੱਗਾ ਅਤੇ ਮੇਰੇ ਸਹੁਰੇ ਨੂੰ ਉਸ ਦੀ ਬਹੁਤ ਫਿਕਰ ਹੋਣ ਲੱਗੀ ਅਤੇ ਉਧਰ ਮੈਨੂੰ ਆਪਣੀ ਭਰਜਾਈ ਦੀਆਂ ਹਰਕਤਾਂ ਕਾਰਨ ਚਿੰਤਾ ਲੱਗੀ ਰਹਿੰਦੀ ਸੀ। ਹੁਣ ਮੈਂ ਸੱਚਾਈ ਦਾ ਪਤਾ ਕਿਵੇਂ ਕਰਾਂ? ਸਭ ਤੋਂ ਪਹਿਲਾਂ ਮੈਂ ਆਪਣੀ ਭਰਜਾਈ ਦਾ ਭੇਤ ਜਾਣਨ ਬਾਰੇ ਸੋਚਿਆ। ਪਤਾ ਨਹੀਂ ਇਹ ਸਭ ਕੀ ਹੋ ਰਿਹਾ ਸੀ। ਇੱਕ ਪਾਸੇ ਤਾਂ ਮੇਰੇ ਪੇਕੇ ਘਰ ਵਿੱਚ ਮੇਰੀ ਭਰਜਾਈ ਦਾ ਵਤੀਰਾ ਮੈਨੂੰ ਬਹੁਤ ਦੁਖੀ ਕਰ ਰਿਹਾ ਸੀ ਅਤੇ ਦੂਜੇ ਪਾਸੇ ਮੇਰੇ ਸਹੁਰੇ ਘਰ ਵਿੱਚ ਮੇਰੇ ਦਿਓਰ ਦਾ ਵਤੀਰਾ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ। ਮੈਂ ਸੋਚਿਆ ਸੀ ਕਿ ਮੇਰੀ ਭਰਜਾਈ ਆਪਣੀ ਜ਼ਿੰਦਗੀ ਵਿੱਚ ਕਿਸੇ ਹੋਰ ਨੂੰ ਜਗ੍ਹਾ ਨਹੀਂ ਦੇ ਸਕਦੀ ਕਿਉਂਕਿ ਮੇਰਾ ਭਰਾ ਮੇਰੀ ਭਰਜਾਈ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਉਹਨਾਂ ਦੇ ਪੱਖ ਤੋਂ ਬਹੁਤ ਚਿੰਤਿਤ ਸੀ। ਮੈਂ ਉਹਨਾਂ ਨੂੰ ਕੁਝ ਵੀ ਗਲਤ ਕਰਨ ਨਹੀਂ ਦੇ ਸਕਦੀ ਸੀ ਅਤੇ ਮੇਰੇ ਪਤੀ ਨੇ ਦੱਸਿਆ ਕਿ ਭਰਾ ਅੱਜ ਫੈਕਟਰੀ ਵਿੱਚ ਜ਼ਿਆਦਾ ਕੰਮ ਕਰਕੇ ਬਹੁਤ ਥੱਕਿਆ ਹੋਇਆ ਹੈ। ਸ਼ਾਇਦ ਇਹੀ ਕਾਰਨ ਸੀ ਕਿ ਉਹ ਅਜਿਹਾ ਵਰਤਾਪ ਕਰ ਰਿਹਾ ਸੀ। ਮੇਰਾ ਭਰਾ ਬਹੁਤ ਸਾਦਾ ਆਦਮੀ ਹੈ। ਉਸ ਨੇ ਆਪਣੀ ਪਤਨੀ ਤੇ ਕਦੇ ਸ਼ੱਕ ਨਹੀਂ ਕੀਤਾ ਸੀ, ਪਰ ਇੱਥੇ ਰਾਤ ਦੇ 2 ਵਜੇ ਭਰਜਾਈ ਛੱਤ ਤੇ ਜਾ ਕੇ ਕਿਸੇ ਨਾਲ ਫੋਨ ਤੇ ਗੱਲ ਕਰਦੀ। ਭਰਾ ਸਾਰਾ ਦਿਨ ਕੰਮ ਕਰਕੇ ਬਹੁਤ ਥੱਕ ਜਾਂਦਾ ਸੀ। ਉਹ ਰਾਤ ਨੂੰ ਜਲਦੀ ਹੀ ਸੋ ਜਾਂਦਾ ਸੀ। ਭਰਾ ਨੂੰ ਕੁਝ ਪਤਾ ਨਹੀਂ ਸੀ ਕਿ ਭਾਬੀ ਫੋਨ ਤੇ ਗੱਲ ਕਰਦੀ ਹੈ ਰਾਤ ਨੂੰ। ਅਗਲੇ ਦਿਨ ਮੈਂ ਫਿਰ ਕੋਈ ਬਹਾਨਾ ਬਣਾ ਕੇ ਇੱਕ ਰਾਤ ਹੋਰ ਪੇਕੇ ਘਰ ਰੁਕਣ ਦਾ ਸੋਚਿਆ ਤਾਂ ਕਿ ਜੇ ਮੈਂ ਆਪਣੀ ਭਰਜਾਈ ਨੂੰ ਫੋਨ ਤੇ ਗੱਲ ਕਰਦੀ ਦੇਖਾਂ ਤਾਂ ਮੈਂ
ਉਸ ਦੇ ਹੱਥੋਂ ਫੋਨ ਖੋਹ ਲਵਾਂ ਤੇ ਮੈਂ ਵੀ ਅਜਿਹਾ ਹੀ ਕੀਤਾ। ਆਪਣੇ ਪਤੀ ਤੋਂ ਆਗਿਆ ਲੈ ਕੇ ਇੱਕ ਰਾਤ ਆਪਣੇ ਪੇਕੇ ਘਰ ਰਹਿਣ ਲਈ ਚਲੀ ਗਈ ਅਤੇ ਉੱਥੇ ਆ ਕੇ ਆਪਣੀ ਯੋਜਨਾ ਅਨੁਸਾਰ ਕੰਮ ਕੀਤਾ। ਜਦੋਂ ਭਾਬੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ, ਫਿਰ ਮੈਂ ਉਸ ਨੂੰ ਗੱਲਬਾਤ ਵਿੱਚ ਸ਼ਾਮਲ ਕੀਤਾ ਅਤੇ ਉਸ ਦਾ ਮੋਬਾਈਲ ਇੱਕ ਪਾਸੇ ਰੱਖਿਆ। ਉਹ ਮੇਰੇ ਸਾਹਮਣੇ ਬਹੁਤ ਧਿਆਨ ਨਾਲ ਕੰਮ ਕਰ ਰਹੀ ਸੀ ਅਤੇ ਉਸ ਦੀ ਨਜ਼ਰ ਬਾਰ-ਬਾਰ ਆਪਣੇ ਮੋਬਾਈਲ ਤੇ। ਮੈਂ ਭਾਬੀ ਨੂੰ ਮੇਰੇ ਲਈ ਚਾਹ ਬਣਾਉਣ ਲਈ ਕਿਹਾ। ਉਸ ਤੋਂ ਬਾਅਦ ਮੈਂ ਭਾਬੀ ਨੂੰ ਮਾਂ ਨੂੰ ਚਾਹ ਦੇਣ ਲਈ ਕਿਹਾ। ਜਿਵੇਂ ਹੀ ਭਾਬੀ ਨੇ ਆਪਣਾ ਮੋਬਾਈਲ ਛੱਡਣਾ ਚਾਹਿਆ, ਛੱਡ ਕੇ ਚਾਹ ਦੇਣ ਲਈ ਬਾਹਰ ਆਈ ਤਾਂ ਮੈਂ ਉਸ ਦੇ ਮੋਬਾਈਲ ਦਾ ਲੌਕ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਲੌਕ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਿਸੇ ਨੇ ਮੇਰੇ ਹੱਥੋਂ ਮੋਬਾਈਲ ਖੋਹ ਲਿਆ। ਜਿਉਂ ਹੀ ਮੈਂ ਮਗਰ ਮੁੜੀ ਤਾਂ ਮੇਰੀ ਭਰਜਾਈ ਮੇਰੇ ਸਾਹਮਣੇ ਖੜੀ ਸੀ। ਉਹ ਮੇਰੇ ਵੱਲ ਘੂਰ ਰਹੀ ਸੀ। ਉਹ ਆਪਣਾ ਮੋਬਾਈਲ ਰਸੋਈ ਵਿੱਚ ਭੁੱਲ ਗਈ ਸੀ, ਇਸੇ ਲਈ ਉਹ ਲੈਣ ਆਈ ਸੀ। ਇਹ ਜ਼ਰੂਰੀ ਸੀ ਕਿ ਮੈਂ ਫੜੇ ਜਾਣ ਤੇ ਤੁਰੰਤ ਕੋਈ ਬਹਾਨਾ ਬਣਾਉਂਦੀ ਅਤੇ ਉਸ ਸਮੇਂ ਮੈਂ ਝੂਠ ਬੋਲਿਆ ਅਤੇ ਆਪਣੀ ਭਰਜਾਈ ਨੂੰ ਉਹਨਾਂ ਦਾ ਮੋਬਾਈਲ ਦਿੱਤਾ ਅਤੇ ਰਸੋਈ ਤੋਂ ਬਾਹਰ ਆ ਗਈ। ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ, ਪਰ ਮੈਨੂੰ ਉਸ ਵਿਅਕਤੀ ਦਾ ਪਤਾ ਕਰਨਾ ਸੀ। ਉਹ ਕੌਣ ਹੈ ਜਿਸ ਕਾਰਨ ਮੇਰੀ ਭਰਜਾਈ ਸਾਰੀ ਸੱਚਾਈ ਛੁਪਾ ਰਹੀ ਹੈ ਅਤੇ ਮੇਰੇ ਭਰਾ ਨੂੰ ਧੋਖਾ ਦੇ ਰਹੀ ਹੈ। ਅਗਲੇ ਦਿਨ ਮੈਂ ਤੜਕੇ ਹੀ ਆਪਣੇ ਸਹੁਰੇ ਆ ਗਈ, ਜਿਸ ਕਾਰਨ ਮੇਰੇ ਸਹੁਰੇ ਨੇ ਵੀ ਮੈਨੂੰ ਕੁਝ ਨਾ ਦੱਸਿਆ। ਮੇਰੀ ਭਰਜਾਈ ਨੇ ਆਪਣੇ ਪੇਕੇ ਘਰ ਜਾਣਾ ਸੀ। ਭਰਾ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਸੀ, ਇਸ ਲਈ ਉਸ ਨੇ ਮੈਨੂੰ ਆਪਣੇ ਨਾਲ ਆਉਣ ਲਈ ਕਿਹਾ। ਮੈਂ ਵੀ ਆਪਣੀ ਭਰਜਾਈ ਨਾਲ ਜਾਣ ਲਈ ਆਪਣੇ ਸਹੁਰੇ ਤੋਂ ਇਜਾਜ਼ਤ ਲੈ ਲਈ ਸੀ ਅਤੇ ਮੈਂ ਆਪਣੇ ਸਹੁਰੇ ਨੂੰ ਵੀ ਕਿਹਾ ਕਿ ਮੈਂ ਭਾਬੀ ਦੇ ਪੇਕੇ ਵਾਪਸ ਆ ਕੇ ਬਾਜ਼ਾਰ ਜਾ ਕੇ ਆਵਾਂਗੀ। ਜੇਕਰ ਤੁਹਾਨੂੰ ਕੁਝ ਚਾਹੀਦਾ ਹੋਵੇ ਤਾਂ ਮੈਨੂੰ ਦੱਸੋ। ਪਰ ਮੇਰੇ ਸਹੁਰੇ ਨੇ ਇਹ ਕਿਹਾ ਕਿ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ। ਮੈਂ ਜਲਦੀ ਤਿਆਰ ਹੋ ਗਈ ਅਤੇ ਵਧੀਆ ਕੱਪੜੇ ਪਾ ਕੇ ਘਰੋਂ ਬਾਹਰ ਆ ਗਈ। ਮੈਂ ਤੇ ਭਾਬੀ ਇਕੱਠੇ ਉਸ ਦੇ ਪੇਕੇ ਘਰ ਗਏ। ਘਰੋਂ ਆ ਕੇ ਅਸੀਂ ਬਾਜ਼ਾਰ ਵਿੱਚ ਮੈਂ ਆਪਣੇ ਲਈ ਚੂੜੀਆਂ ਖਰੀਦ ਰਹੀ ਸੀ ਤੇ ਮੇਰਾ ਧਿਆਨ ਚੂੜੀਆਂ ਵੱਲ ਸੀ। ਜਿਉਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਪਤਾ ਨਹੀਂ ਮੇਰੀ ਭਰਜਾਈ ਕਿੱਥੇ ਚਲੀ ਗਈ ਸੀ ਅਤੇ ਮੈਂ ਆਪਣੀਆਂ ਚੂੜੀਆਂ ਛੱਡ ਕੇ ਪੂਰੇ ਬਾਜ਼ਾਰ ਵਿੱਚ ਲੱਭਦੀ ਫਿਰਦੀ ਰਹੀ, ਪਰ ਕਿਤੇ ਵੀ ਨਾ ਲੱਭੀ। ਮੈਂ ਉਸ ਦੇ ਲਾਪਤਾ ਹੋਣ ਤੇ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਗੁੱਸੇ ਨੂੰ ਚੰਗੀ ਤਰ੍ਹਾਂ ਕਾਬੂ ਕਰ ਰਹੀ ਸੀ, ਪਰ ਹੁਣ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਜਿੰਨਾ ਮੈਂ ਧੀਰਜ ਰੱਖਦੀ ਸੀ, ਓਨਾ ਹੀ ਮੇਰੀ ਭਰਜਾਈ ਮੈਨੂੰ ਪਰੇਸ਼ਾਨ ਕਰ ਰਹੀ ਸੀ। 1 ਘੰਟਾ ਬਾਜ਼ਾਰ ਵਿੱਚ ਭਾਲ ਕਰਨ ਤੋਂ ਬਾਅਦ ਵੀ ਮੈਂ ਉਸ ਨੂੰ ਕਿਤੇ ਵੀ ਨਹੀਂ ਲੱਭ ਸਕੀ। ਤੰਗ ਆ ਕੇ ਮੈਂ ਆਪ ਘਰ ਚਲੀ ਗਈ। ਮੈਂ ਆਪਣੀ ਮਾਂ ਦੇ ਘਰ ਆਈ ਸੀ। ਘਰ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਸਾਹਮਣੇ ਖੜੀ ਉਹ ਸੀ ਮੇਰੀ ਭਾਬੀ। ਉਹ ਮੇਰੇ ਤੋਂ ਪਹਿਲਾਂ ਘਰ ਆ ਗਈ ਸੀ ਅਤੇ ਜਿਵੇਂ ਹੀ ਮੈਂ ਉਸ ਨੂੰ ਦੇਖਿਆ, ਮੈਂ ਉਸ ਤੇ ਝਪਟ ਮਾਰਿਆ। ਮੈਨੂੰ ਆਪਣੀ ਭਾਬੀ ਤੇ ਬਹੁਤ ਗੁੱਸਾ ਆ ਰਿਹਾ ਸੀ। ਮੈਂ ਉਹਨਾਂ ਨੂੰ ਬਾਜ਼ਾਰ ਵਿੱਚ ਪਾਗਲਾਂ ਵਾਂਗ ਲੱਭ ਰਹੀ ਸੀ। ਮੈਂ ਆਪਣੀ ਭਾਬੀ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਬਾਜ਼ਾਰ ਵਿੱਚ ਇਕੱਲਾ ਛੱਡ ਕੇ ਆਉਣਾ ਸੀ ਤਾਂ ਤੁਸੀਂ ਮੈਨੂੰ ਦੱਸ ਦਿੰਦੇ ਅਤੇ ਹੁਣ ਮੈਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਮੈਨੂੰ ਬਾਜ਼ਾਰ ਵਿੱਚ ਇਕੱਲੇ ਛੱਡ ਕੇ ਕਿੱਥੇ ਗਏ ਸੀ। ਮੇਰੀ ਭਾਬੀ ਕਹਿਣ ਲੱਗੀ, ਗੁੱਸਾ ਨਾ ਕਰ, ਮੈਂ ਤਾਂ ਤੈਨੂੰ ਲੱਭ ਰਹੀ ਸੀ। ਜਦੋਂ ਤੂੰ ਨਾ ਲੱਭੀ ਮੈਂ ਵੀ ਘਰ ਆ ਗਈ, ਤੂੰ ਵੀ ਮੈਨੂੰ ਲੱਭਦੀ ਘਰ ਆ ਗਈ। ਉਸ ਦੀ ਗੱਲ ਸੁਣ ਕੇ ਮੇਰਾ ਗੁੱਸਾ ਹੋਰ ਵੀ ਵੱਧ ਗਿਆ।
ਉਹ ਆਪਣੀ ਗਲਤੀ ਮੰਨਣ ਦੀ ਬਜਾਏ ਮੇਰੇ ਨਾਲ ਝੂਠ ਬੋਲ ਰਹੀ ਸੀ। ਜੇ ਉਹ ਬਾਜ਼ਾਰ ਵਿੱਚ ਹੁੰਦੀ ਤਾਂ ਮੈਨੂੰ ਜ਼ਰੂਰ ਦਿਖਦੀ। ਮੈਂ 1 ਘੰਟੇ ਤੱਕ ਪਾਗਲਾਂ ਵਾਂਗ ਉਸ ਨੂੰ ਲੱਭਦੀ ਰਹੀ। ਮੈਂ ਚੁੱਪ ਰਹੀ ਤੇ ਆਪਣੇ ਗੁੱਸੇ ਤੇ ਕਾਬੂ ਪਾ ਕੇ ਆਪਣੇ ਸਹੁਰੇ ਆ ਗਈ। ਜਦੋਂ ਮੈਂ ਘਰ ਆਈ ਤਾਂ ਮੇਰਾ ਦਿਓਰ ਮੌਜੂਦ ਸੀ। ਉਸ ਦਾ ਮੂਡ ਵੀ ਅਜੀਬ ਜਿਹਾ ਸੀ ਤੇ ਮੈਨੂੰ ਮੇਰੀ ਭਾਬੀ ਦਾ ਵਤੀਰਾ ਬਹੁਤ ਵੱਖਰਾ ਜਾਪਦਾ ਸੀ। ਮੈਨੂੰ ਨਹੀਂ ਪਤਾ ਕਿ ਕੰਮ ਦਾ ਬੋਝ ਬਹੁਤ ਜ਼ਿਆਦਾ ਸੀ ਜਾਂ ਕੁਝ ਅਜਿਹਾ ਸੀ ਜੋ ਮੈਂ ਦੇਖ ਨਹੀਂ ਸਕੀ। ਹੁਣ ਜਦੋਂ ਵੀ ਮੇਰੀ ਭਰਜਾਈ ਘਰੋਂ ਬਾਹਰ ਜਾਂਦੀ ਤਾਂ ਉਹ ਕਹਿੰਦੀ ਕਿ ਉਹ ਆਪਣੇ ਪੇਕੇ ਜਾ ਰਹੀ ਹੈ। ਭਰਾ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਸੀ, ਇਸ ਲਈ ਉਹ ਆਪਣੀ ਮਾਂ ਦੇ ਘਰ ਇਕੱਲੀ ਹੀ ਜਾਂਦੀ ਸੀ। ਹੁਣ ਮੈਂ ਵੀ ਉਸ ਨਾਲ ਜਾਣਾ ਬੰਦ ਕਰ ਦਿੱਤਾ ਸੀ ਕਿਉਂਕਿ ਉਹ ਇੱਕ ਵਾਰ ਮੈਨੂੰ ਬਾਜ਼ਾਰ ਵਿੱਚ ਇਕੱਲਾ ਛੱਡ ਗਈ ਸੀ। ਇਸੇ ਲਈ ਮੈਂ ਉਸ ਨਾਲ ਹਰ ਥਾਂ ਜਾਣ ਤੋਂ ਇਨਕਾਰ ਕਰ ਦਿੰਦੀ ਸੀ। ਪਰ ਹੁਣ ਮੇਰੇ ਲਈ ਸੱਚਾਈ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਸੀ। ਅਜਿਹਾ ਹੋ ਸਕਦਾ ਹੈ ਕਿ ਬਾਅਦ ਵਿੱਚ ਮਾਮਲਾ ਸੰਭਾਲਣਾ ਮੁਸ਼ਕਿਲ ਹੋ ਜਾਵੇ। ਇਸ ਲਈ ਮੈਂ ਚਾਹੁੰਦੀ ਸੀ ਕਿ ਇਸ ਮਾਮਲੇ ਨੂੰ ਪਹਿਲਾਂ ਹੀ ਧਿਆਨ ਵਿੱਚ ਰੱਖਿਆ ਜਾਵੇ। ਮੈਂ ਇੱਕ ਵਿਉਂਤ ਬਣਾਈ ਅਤੇ ਘਰ ਦੇ ਕੰਮਾਂ ਤੋਂ ਵਿਹਲੇ ਹੋ ਕੇ ਆਪਣੇ ਪੇਕੇ ਘਰ ਵੱਲ ਚਲੀ ਗਈ। ਮੇਰੀ ਭਾਬੀ ਰਾਤ ਨੂੰ ਪਤਾ ਨਹੀਂ ਕਿਉਂ ਇੰਨੀ ਤਿਆਰ ਹੋ ਰਹੀ ਸੀ। ਮੈਂ ਸੋਚਿਆ ਸ਼ਾਇਦ ਉਹ ਭਰਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਨੇ ਕਿਹਾ ਕਿ ਤੁਹਾਡਾ ਭਰਾ ਕੰਮ ਤੋਂ ਥੱਕਿਆ ਹੋਇਆ ਵਾਪਸ ਆ ਜਾਵੇਗਾ, ਇਸ ਲਈ ਉਹ ਆਰਾਮ ਕਰੇਗਾ ਅਤੇ ਮੈਂ ਆਪਣੇ ਪੇਕੇ ਘਰ ਜਾ ਰਹੀ ਹਾਂ। ਮੈਂ ਉਸ ਨੂੰ ਕੁਝ ਨਾ ਕਿਹਾ ਅਤੇ ਚੁੱਪਚਾਪ ਮਾਂ ਦੇ ਕਮਰੇ ਵਿੱਚ ਆ ਕੇ ਬੈਠ ਗਈ। ਥੋੜੀ ਦੇਰ ਬਾਅਦ ਮੈਂ ਘਰ ਦਾ ਬਹਾਨਾ ਬਣਾ ਕੇ ਆਪਣੀ ਮਾਂ ਦੇ ਘਰੋਂ ਬਾਹਰ ਆ ਗਈ ਅਤੇ ਆਪਣੇ ਘਰ ਜਾ ਕੇ ਆਪਣਾ ਰੂਪ ਬਦਲ ਲਿਆ। ਮੈਂ ਹੋਰ ਕੱਪੜੇ ਪਾਏ ਅਤੇ ਆਪਣਾ ਚਿਹਰਾ ਚੰਗੀ ਤਰ੍ਹਾਂ ਛੁਪਾ ਲਿਆ ਤਾਂ ਜੋ ਕੋਈ ਮੈਨੂੰ ਪਛਾਣ ਨਾ ਸਕੇ। ਮੈਂ ਭਾਬੀ ਦੇ ਘਰੋਂ ਬਾਹਰ ਆਉਣ ਦੀ ਉਡੀਕ ਕਰ ਰਹੀ ਸੀ। ਜਿਵੇਂ ਹੀ ਉਹ ਘਰੋਂ ਬਾਹਰ ਨਿਕਲੀ ਮੈਂ ਉਸ ਦੇ ਪਿੱਛੇ ਪਿੱਛੇ ਚੱਲਣ ਲੱਗੀ। ਭਰਜਾਈ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਜਾ ਰਹੀ ਸੀ, ਇਸ ਲਈ ਭਰਾ ਅਤੇ ਮਾਂ ਨੇ ਵੀ ਉਸ ਨੂੰ ਆਗਿਆ ਦੇ ਦਿੱਤੀ ਸੀ। ਜਦੋਂ ਉਹ ਘਰੋਂ ਨਿਕਲੀ ਤਾਂ ਮੈਂ ਵੀ ਉਸ ਦੇ ਪਿੱਛੇ ਪਿੱਛੇ ਤੁਰ ਪਈ। ਮੈਂ ਕਿਸ ਥਾਂ ਤੇ ਜਾ ਰਹੀ ਸੀ ਇਹ ਸਭ ਦੇਖ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਤੇਜ਼ੀ ਨਾਲ ਤੁਰਦੇ ਹੋਏ ਮੇਰੀ ਭਰਜਾਈ ਮੇਰੇ ਬੰਗਲੇ ਦੇ ਬਾਹਰ ਬਣੇ ਕਮਰੇ ਦੇ ਨੇੜੇ ਆ ਗਈ। ਉਹ ਉਸ ਕਮਰੇ ਦੇ ਅੰਦਰ ਜਾਣ ਵਾਲੀ ਸੀ ਜੋ ਮੇਰੇ ਸਹੁਰੇ ਨੇ ਸਾਡੇ ਬੰਗਲੇ ਦੇ ਬਾਹਰ ਬਣਾਇਆ ਹੋਇਆ ਸੀ। ਮੈਂ ਲੁਕ ਛਿਪ ਕੇ ਉਹਨਾਂ ਨੂੰ ਜਾਂਦਾ ਦੇਖ ਰਹੀ ਸੀ, ਪਰ ਮੈਨੂੰ ਉਦੋਂ ਹੋਸ਼ ਆਈ ਜਦੋਂ ਭਾਬੀ ਨੇ ਅਲਮਾਰੀ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਨੂੰ ਖੋਲ੍ਹਣ ਵਾਲੇ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਇੰਜ ਲੱਗਾ ਜਿਵੇਂ ਕਿ ਇਸ ਦੁਨੀਆ ਦੀ ਨਹੀਂ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇਹ ਸਭ ਹੋ ਸਕਦਾ ਹੈ। ਮੇਰੇ ਅਜਿਹੇ ਕਰੀਬੀ ਰਿਸ਼ਤੇ ਮੈਨੂੰ ਇਸ ਤਰ੍ਹਾਂ ਬਦਨਾਮ ਕਰਨਗੇ। ਜਿਵੇਂ ਹੀ ਮੈਂ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ। ਮੇਰੀ ਭਰਜਾਈ ਦੇ ਨਾਲ ਪਿਆ ਆਦਮੀ ਹੋਰ ਨਹੀਂ ਸਗੋਂ ਮੇਰੇ ਪਤੀ ਦਾ ਛੋਟਾ ਭਰਾ ਸੀ, ਭਾਵ ਮੇਰਾ ਦਿਓਰ। ਮੇਰਾ ਦਿਲ ਕਹਿ ਰਿਹਾ ਸੀ ਮੈਂ ਦੋਹਾਂ ਨੂੰ ਜਿੰਦਾ ਦਫਨ ਕਰ ਦੇਵਾਂ। ਮੈਂ ਅੱਗੇ ਵੱਧ ਕੇ ਆਪਣੀ ਭਾਬੀ ਨੂੰ ਫੜ ਲਿਆ ਅਤੇ ਜ਼ੋਰ ਨਾਲ ਥੱਪੜ ਮਾਰਿਆ। ਮੈਨੂੰ ਨਹੀਂ ਸੀ ਕਿ ਇਹ ਇਸ ਹੱਦ ਤੱਕ ਵੱਧ ਜਾਣਗੇ। ਮੇਰੀ ਭਰਜਾਈ ਮੇਰੇ ਘਰ ਗਈ ਅਤੇ ਮੇਰੇ ਪਤੀ ਨੂੰ ਮੇਰੇ ਵਿਰੁੱਧ ਭੜਕਾਇਆ। ਮੈਂ ਉਹਨਾਂ ਲੋਕਾਂ ਦੀ ਸੱਚਾਈ ਨੂੰ ਸਾਬਤ ਨਹੀਂ ਕਰ ਸਕੀ। ਦੋਵਾਂ ਨੇ ਮੈਨੂੰ ਝੂਠਾ ਸਾਬਿਤ ਕੀਤਾ ਅਤੇ
ਮੇਰੇ ਇਸ ਗੁੱਸੇ ਭਰੇ ਕਾਰਨਾਮੇ ਕਾਰਨ ਮੇਰੇ ਪਤੀ ਨੇ ਮੇਰੇ ਤੇ ਇਲਜ਼ਾਮ ਲਗਾ ਦਿੱਤਾ, ਕਿਉਂਕਿ ਅਜਿਹਾ ਕਰਨ ਵਿੱਚ ਮੇਰੀ ਭਰਜਾਈ ਦਾ ਪੂਰਾ ਹੱਥ ਸੀ। ਮੇਰੀ ਭਰਜਾਈ ਨੇ ਮੇਰੇ ਦਿਓਰ ਨਾਲ ਮਿਲ ਕੇ ਮੇਰੇ ਪਤੀ ਨੂੰ ਮੇਰੇ ਖਿਲਾਫ ਝੂਠੀਆਂ ਗੱਲਾਂ ਦੱਸੀਆਂ ਕਿ ਮੇਰਾ ਕਿਸੇ ਨਾਲ ਅਫੇਅਰ ਹੈ ਅਤੇ ਮੈਂ ਕਿਸੇ ਨੂੰ ਮਿਲਣ ਜਾਂਦੀ ਹਾਂ, ਅਤੇ ਮੇਰੇ ਭੋਲੇ ਪਤੀ ਨੇ ਦੋਹਾਂ ਦੀਆਂ ਗੱਲਾਂ ਮੰਨ ਲਈਆਂ। ਮੈਂ ਉਹਨਾਂ ਦੀ ਸੱਚਾਈ ਨੂੰ ਸਾਬਿਤ ਨਹੀਂ ਕਰ ਸਕੀ, ਸਗੋਂ ਮੈਂ ਖੁਦ ਇੱਕ ਵੱਡੇ ਝੂਠ ਦਾ ਸ਼ਿਕਾਰ ਹੋ ਗਈ। ਮੈਂ ਆਪਣੇ ਭਰਾ ਅਤੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਮੇਰੇ ਪਤੀ ਨੇ ਮੈਨੂੰ ਘਰ ਛੱਡਣ ਲਈ ਕਿਹਾ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਭਰਜਾਈ ਅਤੇ ਮੇਰਾ ਦਿਓਰ ਮਿਲ ਕੇ ਮੇਰਾ ਘਰ ਤਬਾਹ ਕਰ ਦੇਣਗੇ। ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ ਅਤੇ ਚੁੱਪਚਾਪ ਆਪਣੇ ਪੇਕੇ ਘਰ ਆ ਕੇ ਆਪਣੀ ਭਰਜਾਈ ਅਤੇ ਦਿਓਰ ਦੇ ਝੂਠ ਬੋਲਣ ਤੇ ਬਹੁਤ ਰੋਈ ਸੀ, ਅਤੇ ਦੂਜੇ ਪਾਸੇ ਮੈਨੂੰ ਆਪਣੇ ਪਤੀ ਤੇ ਬਹੁਤ ਭਰੋਸਾ ਸੀ। ਪਰ ਮੈਨੂੰ ਨਹੀਂ ਸੀ ਪਤਾ ਕਿ ਦੂਸਰਿਆਂ ਦੀਆਂ ਗੱਲਾਂ ਵਿੱਚ ਆ ਕੇ ਮੇਰਾ ਪਤੀ ਮੈਨੂੰ ਘਰੋਂ ਕੱਢ ਦੇਵੇਗਾ। ਮੈਂ ਸਾਰੀ ਸੱਚਾਈ ਮਾਂ ਨੂੰ ਦੱਸੀ। ਮੇਰੀ ਮਾਂ ਨੇ ਮੇਰੀ ਗੱਲ ਮੰਨ ਲਈ, ਜਦੋਂ ਕਿ ਮੇਰਾ ਭਰਾ ਆਪਣੀ ਪਤਨੀ ਦੇ ਪ੍ਰਭਾਵ ਹੇਠਾਂ ਰਿਹਾ। ਉਹ ਆਪਣੀ ਪਤਨੀ ਨੂੰ ਧੋਖੇਬਾਜ਼ ਨਹੀਂ ਸਮਝ ਰਿਹਾ ਸੀ, ਕਿਉਂਕਿ ਮੇਰੇ ਕੋਲ ਦੋਵਾਂ ਖਿਲਾਫ ਕੋਈ ਠੋਸ ਸਬੂਤ ਨਹੀਂ ਸੀ। ਮੈਂ ਬਹੁਤ ਮੁਸੀਬਤ ਵਿੱਚ ਸੀ, ਕੀ ਕਰਾਂ। ਇਸ ਦੌਰਾਨ ਇਹਨਾਂ ਦੋਹਾਂ ਬਾਰੇ ਸੱਚਾਈ ਸਾਹਮਣੇ ਆਉਣ ਅਤੇ ਮੇਰਾ ਆਪਣਾ ਘਰ ਬਰਬਾਦ ਹੋ ਗਿਆ। ਮੈਂ ਆਪਣੀ ਮਾਂ ਦੇ ਘਰ ਰਹਿ ਰਹੀ ਸੀ ਅਤੇ ਮੇਰੀ ਭਰਜਾਈ ਨੇ ਹੁਣ ਮੇਰੇ ਸਾਹਮਣੇ ਖੁੱਲ੍ਹ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਅਸਲ ਵਿੱਚ ਉਸਨੇ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਮੇਰੀ ਸੱਚਾਈ ਸਭ ਦੇ ਸਾਹਮਣੇ ਪ੍ਰਗਟ ਕਰਨਾ ਚਾਹੁੰਦੇ ਹਾਂ। ਮੈਨੂੰ ਪਹਿਲਾਂ ਹੀ ਤੁਹਾਡੇ ਤੇ ਸ਼ੱਕ ਸੀ ਕਿ ਤੁਸੀਂ ਮੇਰਾ ਪਿੱਛਾ ਕਰ ਰਹੇ ਹੋ। ਇਸੇ ਲਈ ਮੈਂ ਤੇਰੇ ਦਿਓਰ ਨਾਲ ਪਹਿਲਾਂ ਹੀ ਬਿਆਂਤ ਬਣਾਈ ਹੋਈ ਸੀ ਕਿ ਜਦੋਂ ਵੀ ਤੂੰ ਸਾਨੂੰ ਫੜਨ ਦੀ ਕੋਸ਼ਿਸ਼ ਕਰੇਂਗੀ ਤਾਂ ਅਸੀਂ ਤੇਰੇ ਉੱਤੇ ਦੋਸ਼ ਲਾ ਕੇ ਤੈਨੂੰ ਬਦਨਾਮ ਕਰ ਦੇਵਾਂਗੇ। ਅਤੇ ਇਹੀ ਹੋਇਆ। ਤੇਰੇ ਪਤੀ ਨੇ ਤੇਰੀ ਗੱਲ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ। ਉਸ ਨੇ ਆਪਣੇ ਭਰਾ ਦੇ ਕਹਿਣ ਤੇ ਤੈਨੂੰ ਘਰੋਂ ਕੱਢ ਦਿੱਤਾ ਸੀ, ਪਰ ਮੈਂ ਚੁੱਪ ਨਹੀਂ ਬੈਠ ਸਕੀ, ਕਿਉਂਕਿ ਮੈਂ ਆਪਣਾ ਘਰ ਨਹੀਂ ਉਜਾੜ ਸਕਦੀ ਸੀ। ਮੈਂ ਆਪਣੇ ਘਰ ਜਾਣਾ ਸੀ। ਮੇਰੀ ਮਾਂ ਨੂੰ ਹਮੇਸ਼ਾ ਮੇਰੀ ਚਿੰਤਾ ਰਹਿੰਦੀ ਸੀ। ਸਾਰੇ ਪਿੰਡ ਨੂੰ ਪਤਾ ਲੱਗਾ ਕਿ ਮੇਰੇ ਪਤੀ ਨੇ ਮੈਨੂੰ ਘਰੋਂ ਕੱਢ ਦਿੱਤਾ। ਮੇਰਾ ਸਹੁਰਾ ਬਹੁਤ ਸ਼ਰਮਿੰਦਾ ਸੀ। ਹੁਣ ਉਸ ਨੂੰ ਪਛਤਾਵਾ ਹੋ ਰਿਹਾ ਸੀ ਕਿ ਉਸਨੇ ਜੋ ਕਮਰਾ ਲੋਕਾਂ ਦੀ ਭਲਾਈ ਲਈ ਬਣਾਇਆ ਸੀ, ਉਸ ਨੂੰ ਕਿਰਾਏ ਤੇ ਦਿੰਦੇ ਸਨ। ਉਹ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਛੋਟਾ ਬੇਟਾ ਇਸ ਕਮਰੇ ਵਿੱਚ ਇਹ ਸਭ ਕਰੇਗਾ, ਕਿ ਉਹ ਉਸ ਕਮਰੇ ਵਿੱਚ ਜਾ ਕੇ ਮੇਰੀ ਭਰਜਾਈ ਨੂੰ ਗੁਪਤ ਰੂਪ ਵਿੱਚ ਮਿਲਦਾ ਸੀ। ਮੇਰੇ ਸਹੁਰੇ ਨੂੰ ਹਮੇਸ਼ਾ ਮੇਰੇ ਉੱਤੇ ਬਹੁਤ ਵਿਸ਼ਵਾਸ ਸੀ। ਮੇਰੇ ਸਹੁਰੇ ਨੇ ਮੇਰੀ ਗੱਲ ਮੰਨ ਲਈ ਅਤੇ ਇਸ ਵਾਰ ਮੇਰੇ ਸਹੁਰੇ ਨੇ ਆਪਣੀ ਨੂੰਹ ਅਤੇ ਬੇਟੇ ਦਾ ਘਰ ਖਰਾਬ ਨਾ ਕਰਨ ਦਾ ਪੱਕਾ ਇਰਾਦਾ ਕੀਤਾ। ਇਸੇ ਲਈ ਉਹ ਮੇਰਾ ਸਾਥ ਦੇਣ ਲਈ ਤਿਆਰ ਹੋ ਗਏ। ਦਰਅਸਲ ਮੇਰੇ ਸਹੁਰੇ ਦੀ ਨਜ਼ਰ ਬਹੁਤ ਕਮਜ਼ੋਰ ਸੀ। ਮੇਰਾ ਦਿਓਰ ਅਤੇ ਭਰਜਾਈ ਮੂੰਹ ਛੁਪਾ ਕੇ ਉਸ ਦੇ ਕਮਰੇ ਵਿੱਚ ਚਲੇ ਜਾਂਦੇ ਸਨ। ਉਸ ਨੂੰ ਕਦੇ ਪਤਾ ਨਹੀਂ ਲੱਗਿਆ ਸੀ ਕਿ ਇਹ ਉਸ ਦਾ ਪੁੱਤਰ ਅਤੇ ਮੇਰੀ ਭਰਜਾਈ ਹੈ। ਨਹੀਂ ਤਾਂ ਉਹ ਕਦੇ ਵੀ ਇਹਨਾਂ ਦੋਵਾਂ ਨੂੰ ਇੱਕ ਦੂਜੇ ਨੂੰ ਮਿਲਣ ਨਹੀਂ ਦਿੰਦੇ ਅਤੇ ਇਹ ਸੱਚਾਈ ਬਹੁਤ ਪਹਿਲਾਂ ਹੀ ਖੁੱਲ੍ਹ ਕੇ ਸਾਹਮਣੇ ਆ ਜਾਂਦੀ। ਇੱਕ ਦਿਨ ਰਾਤ ਦੇ 2 ਵਜੇ ਜਦੋਂ ਮੇਰਾ ਦਿਓਰ ਮੇਰੀ ਭਰਜਾਈ ਨਾਲ
ਫੋਨ ਤੇ ਗੱਲ ਕਰ ਰਿਹਾ ਸੀ ਤਾਂ ਮੈਂ ਆਪਣੇ ਭਰਾ ਨੂੰ ਉਸ ਦੇ ਕਮਰੇ ਚੋਂ ਜਗਾਇਆ। ਚੁੱਪਚਾਪ ਉਸ ਨੂੰ ਹੱਥ ਨਾਲ ਫੜ ਕੇ ਛੱਤ ਤੇ ਲੈ ਗਈ ਅਤੇ ਭਾਬੀ ਨੂੰ ਫੋਨ ਤੇ ਗੱਲ ਕਰਦਿਆਂ ਆਪਣੀਆਂ ਅੱਖਾਂ ਨਾਲ ਦਿਖਾਇਆ, ਕਿਉਂਕਿ ਭਾਬੀ ਨੂੰ ਇਹ ਭੁਲੇਖਾ ਸੀ ਕਿ ਉਸ ਨੇ ਮੇਰਾ ਘਰ ਵਿਗਾੜ ਦਿੱਤਾ ਹੈ। ਇਸ ਲਈ ਮੈਂ ਹਾਰ ਮੰਨ ਕੇ ਚੁੱਪਚਾਪ ਬੈਠ ਜਾਵਾਂਗੀ, ਪਰ ਕੁਝ ਅਜਿਹਾ ਨਹੀਂ ਸੀ। ਹੁਣ ਜਦੋਂ ਮੇਰਾ ਘਰ ਤਬਾਹ ਹੋ ਰਿਹਾ ਸੀ, ਮੈਂ ਚੁੱਪ ਨਹੀਂ ਰਹਿ ਸਕੀ ਅਤੇ ਉਹਨਾਂ ਦੀ ਸੱਚਾਈ ਸਭ ਦੇ ਸਾਹਮਣੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਭਰਾ ਨੇ ਮੇਰੀ ਭਰਜਾਈ ਨੂੰ ਫੋਨ ਤੇ ਗੱਲ ਕਰਦੇ ਦੇਖਿਆ ਤਾਂ ਉਸ ਨੇ ਰਾਤ ਦੇ ਹਨੇਰੇ 'ਚ ਕਾਫੀ ਰੌਲਾ ਪਾਇਆ ਅਤੇ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਇਹ ਖਬਰ ਮੇਰੇ ਸਹੁਰਿਆਂ ਤੱਕ ਪਹੁੰਚ ਗਈ ਸੀ। ਜਦੋਂ ਮੇਰੇ ਸਹੁਰੇ ਨੇ ਮੇਰੀ ਭਰਜਾਈ ਦੇ ਮੂੰਹ ਤੇ 2-3 ਵਾਰ ਥੱਪੜ ਮਾਰਿਆ ਤਾਂ ਉਸ ਨੇ ਵੀ ਸਾਰਾ ਸੱਚ ਬੋਲ ਦਿੱਤਾ ਅਤੇ ਮੇਰੇ ਪਤੀ ਨੂੰ ਪਤਾ ਲੱਗਾ ਕਿ ਮੈਂ ਝੂਠ ਨਹੀਂ ਬੋਲ ਰਹੀ ਸੀ, ਪਰ ਮੇਰੇ ਦਿਓਰ ਅਤੇ ਮੇਰੀ ਭਰਜਾਈ ਦੇ ਸੰਬੰਧ ਸਨ। ਮੇਰੇ ਸਹੁਰੇ ਨੇ ਆਪਣੇ ਛੋਟੇ ਪੁੱਤਰ ਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦਿੱਤਾ ਸੀ ਅਤੇ ਘਰੋਂ ਵੀ ਧੱਕੇ ਮਾਰ ਕੇ ਕੱਢ ਦਿੱਤਾ ਸੀ। ਮੇਰੀ ਭਰਜਾਈ ਅਤੇ ਮੇਰੇ ਦਿਓਰ ਨੇ ਆਪਸ ਵਿੱਚ ਵਿਆਹ ਕਰਵਾ ਲਿਆ, ਪਰ ਉਹ ਕਦੇ ਵੀ ਸੁਖੀ ਨਹੀਂ ਰਹਿ ਸਕੇ, ਕਿਉਂਕਿ ਕੋਈ ਵੀ ਵਿਅਕਤੀ ਕਿਸੇ ਦਾ ਘਰ ਉਜਾੜ ਕੇ ਖੁਸ਼ੀ ਨਾਲ ਨਹੀਂ ਰਹਿ ਸਕਦਾ। ਮੇਰੇ ਪਤੀ ਨੇ ਮੇਰੇ ਤੋਂ ਮਾਫੀ ਮੰਗੀ, ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੇ ਖਿਲਾਫ ਜੋ ਸਬੂਤ ਦਿਖਾਏ ਗਏ ਸਨ, ਇਸ ਲਈ ਉਹਨਾਂ ਦੇ ਆਧਾਰ ਤੇ ਉਹ ਮੈਨੂੰ ਗਲਤ ਸਮਝ ਰਹੇ ਸਨ, ਪਰ ਹੁਣ ਸਾਰਾ ਸੱਚ ਉਹਨਾਂ ਦੇ ਸਾਹਮਣੇ ਆ ਗਿਆ ਸੀ। ਇਸ ਲਈ ਮੈਂ ਵੀ ਉਹਨਾਂ ਨੂੰ ਮਾਫ ਕਰ ਦਿੱਤਾ ਅਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਉਹ ਅਜਿਹੀ ਗਲਤੀ ਦੁਬਾਰਾ ਨਹੀਂ ਕਰਨਗੇ ਅਤੇ ਮੇਰੇ ਤੇ ਭਰੋਸਾ ਕਰਨਗੇ। ਹੁਣ ਮੈਂ ਪਹਿਲਾਂ ਵਾਂਗ ਆਪਣੇ ਸਹੁਰੇ ਘਰ ਰਹਿੰਦੀ ਹਾਂ। ਮੇਰੇ ਪਤੀ ਦੇ ਨਾਲ ਨਾਲ ਮੇਰੇ ਭਰਾ ਨੇ ਵੀ ਮੇਰੇ ਤੋਂ ਮਾਫੀ ਮੰਗੀ। ਮੇਰੇ ਭਰਾ ਨੇ ਦੱਸਿਆ ਕਿ ਉਹ ਕੰਮ ਵਿੱਚ ਇੰਨਾ ਥੱਕ ਜਾਂਦਾ ਸੀ ਕਿ ਉਸ ਨੇ ਕਦੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ। ਰਾਤ ਨੂੰ 2 ਵਜੇ ਉਸਦੀ ਪਤਨੀ ਮੰਜੇ ਤੋਂ ਉੱਠ ਕੇ ਟੈਰਸ ਤੇ ਜਾ ਕੇ ਫੋਨ ਤੇ ਗੱਲਾਂ ਕਰਦੀ ਹੈ ਅਤੇ ਕਈ ਵਾਰ ਮੇਰੇ ਦਿਓਰ ਨੂੰ ਮਿਲਣ ਲਈ ਅਲਮਾਰੀ 'ਚ ਵੀ ਜਾਂਦੀ ਹੈ। ਮੇਰੇ ਦਿਓਰ ਦੀ ਪਹਿਲੇ ਦਿਨ ਤੋਂ ਹੀ ਮੇਰੀ ਭਰਜਾਈ ਤੇ ਬੁਰੀ ਅੱਖ ਸੀ, ਪਰ ਇਸ ਗੱਲ ਦਾ ਮੈਨੂੰ ਕੋਈ ਧਿਆਨ ਨਹੀਂ ਸੀ। ਜੇਕਰ ਧਿਆਨ ਕਰਿਆ ਹੁੰਦਾ ਤਾਂ ਮਾਮਲਾ ਇਸ ਮੁਕਾਮ ਤੱਕ ਨਾ ਪਹੁੰਚਣਾ ਸੀ। ਦੋਵਾਂ ਨੇ ਮਿਲ ਕੇ ਮੇਰੇ ਭਰਾ ਦੀ ਕੁੱਟਮਾਰ ਕੀਤੀ ਅਤੇ ਮੇਰੇ ਘਰ ਵਿੱਚ ਲੜਾਈ ਕਰਵਾਈ। ਹੁਣ ਸਭ ਕੁਝ ਠੀਕ ਠਾਕ ਹੈ, ਪਰ ਦੂਜੇ ਪਾਸੇ ਮੇਰਾ ਦਿਓਰ ਅਤੇ ਮੇਰੀ ਭਰਜਾਈ ਪਿੰਡ ਛੱਡ ਕੇ ਦੂਜੇ ਪਿੰਡ ਰਹਿਣ ਲੱਗ ਗਏ ਅਤੇ ਸਾਡੇ ਪਰਿਵਾਰ ਨੇ ਉਹਨਾਂ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ। ਹੁਣ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ। ਜਦੋਂ ਵਿਅਕਤੀ ਦੂਜਿਆਂ ਦੇ ਘਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਕਦੇ ਵੀ ਆਪਣੇ ਘਰ ਵਿੱਚ ਸ਼ਾਂਤੀ ਨਾਲ ਨਹੀਂ ਰਹਿ ਸਕਦਾ। ਜੇਕਰ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਦਬਾਓ ਤਾਂ ਕਿ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ ਜੀ।